नमस्कार खबरां दे इस बुलेटिन च तुहाडा स्वागत। मैं रजनी। पहला पेश ने चोणवीआं खबरां। बिहार विधान सभा दे लई दूजे गेड़ दीआं चोणां दे लई मतदान 54% दर्ज कीता गया। देश दे 10 सूबिआं दीआं 54 विधान सभा सीटां दीआं चोणां लई भी मतदान मुकम्मल। जल शक्ति मंत्रालय ने जल जीवन मिशन तहत होई प्रगति बारे सूबिआं ते केंद्र शासित प्रदेशां दे दिहाती जल सप्लाई मंत्रियों दे नाल कीता विचार वटांदरा। मालबार समुद्री मशक दा 24वां एडिशन बंगाल दे तट ते विशाखापट्टनम दे विच जारी। भारती नेवी, अमरीकन नेवी तो इलावा जापान ते आस्ट्रेलिया दियां जल सेनावां दी समुद्री मशक दे विच शामिल। मुख्यमंत्री कैप्टन अमरिंदर सिंह अनुसार सूबे दे विच माल गड्डियां मुलतवी कीते जाण कारण पैदा होए संकट दे मद्देनज़र राष्ट्रपति वल्लों मुलाकात लई मंजूरी ना मिलन अते केंद्र सरकार दा ध्यान खिच्चण दे लई अज नवीं दिल्ली दे राजघाट विखे धरने दित्ते जाणगे। भारत दे विच कोरोना तो ठीक होण वाले लोकां दी कुल गिनती 76 ਲੱਖ ਤੋਂ पार। कोरोना तो ठीक होण दी दर 92% ਦੇ ਨੇੜੇ ਪਹੁੰਚੀ। BSF ਦੀ 52 ਬਟਾਲੀਅਨ ਦੇ ਜਵਾਨਾਂ ਨੇ ਫਾਜ਼ਿਲਕਾ ਦੀ ਭਾਰਤ-ਪਾਕ ਸਰਹੱਦ ਤੇ ਬਚਿੱਤਰ ਪੋਸਟ ਤੇ ਵਿਲੱਖਣ ਕਲਾਕਾਰੀ ਵਾਲੇ ਦਫ਼ਤਰ ਦੀ ਉਸਾਰੀ ਕਰਕੇ ਨਵੀਂ ਮਿਸਾਲ ਪੇਸ਼ ਕੀਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। बिहार विधान सभा दे लई दूजे गेड़ दीआं चोणां दे विच 54% पोलिंग दर्ज की गई है। पोलिंग तो बाद मीडिया दे नाल गलबात करदिआं मुख चोण अधिकारी HR श्रीनिवासा ने कहा कि दूर दराड़े इलाकिਆਂ ਦੇ ਵਿੱਚੋਂ ਵੋਟਾਂ ਦੇ अंतिम आंकड़े आउण ਦੇ ਨਾਲ दर्ज पोलिंग आंकड़े ਵਧਣਗੇ। इस तो पहला नवी दिल्ली ਦੇ ਵਿੱਚ चोण कमिशन ਦੇ ਸਕੱਤਰ जनरल उमेश सिन्हा ने जानकारी दी कि बिहार अंबैसी ਦੇ दूजे गेड़ ਦੇ ਵਿੱਚ मतदान ਤੇ 10 सूबिਆਂ ਦੇ ਵਿੱਚ 54 विधान सभा हलਕਿਆਂ ਦੇ ਲਈ मतदान अमन अमान ਤੇ सफलतापूर्वक हो गया। चोण कमिशन ने दस्सिया कि बिहार ਦੀਆਂ मौजूदा विधान सभा चोणां दौरान हुण तक तकरीबन 65 करोड़ रुपए कमिशन ने कब्जे ਦੇ ਵਿੱਚ ਲਏ ਨੇ। 243 ਮੈਂਬਰੀ बिहार विधान सभा ਦੀਆਂ 17 ਜ਼ਿਲ੍ਹਿਆਂ ਦੇ ਵਿੱਚ ਪੈਂਦੀਆਂ 94 विधान सभा सीटां ਤੇ मतदान करवाया गया। इस गेड़ दौरान 2 करोड़ 86 ਲੱਖ ਵੋਟਰਾਂ ਨੇ 1463 ਉਮੀਦਵਾਰਾਂ ਦੀ ਕਿਸਮਤ EVM ਮਸ਼ੀਨਾਂ ਦੇ ਵਿੱਚ ਬੰਦ ਕਰ ਦਿੱਤੀ ਹੈ। ਮੌਜੂਦਾ ਚੋਣਾਂ ਦੀ ਖਾਸ ਗੱਲ ਇਹ ਹੈ ਕਿ ਕੋਵਿਡ-19 ਦੇ ਚੱਲਦਿਆਂ ਇਹ ਪਹਿਲੀਆਂ ਚੋਣਾਂ ਨੇ ਜੋ ਮਹਾਮਾਰੀ ਦੌਰਾਨ ਕਰਵਾਈਆਂ ਜਾ ਰਹੀਆਂ ਨੇ। ਕੋਵਿਡ-19 ਨੂੰ ਧਿਆਨ ਵਿੱਚ ਰੱਖਦਿਆਂ ਚੋਣ ਕਮਿਸ਼ਨ ਨੇ ਚੋਣ ਪ੍ਰਚਾਰ ਤੇ मतदान ਵੇਲੇ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਨੂੰ ਸਖਤੀ ਦੇ ਨਾਲ ਲਾਗੂ ਕਰਵਾਉਣ ਦੇ ਲਈ ਪੂਰੇ ਪ੍ਰਬੰਧ ਕੀਤੇ ਨੇ। ਮੂੰਹ ਤੇ ਮਾਸਕ ਪਾਉਣ ਤੋਂ ਲੈ ਕੇ ਸਮਾਜਿਕ ਦੂਰੀ ਰੱਖਣ ਤੇ ਪੋਲ ਬੂਥਾਂ ਦੇ ਬਾਹਰ ਥਰਮਲ ਸਕਰੀਨਿੰਗ ਤੇ ਸੈਨੀਟਾਈਜ਼ਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਗੇੜ ਦੇ ਵਿੱਚ ਭਾਜਪਾ 46, JDU 43, ਵਿਕਾਸਸ਼ੀਲ ਇਨਸਾਨ ਪਾਰਟੀ ਨੇ 5 ਸੀਟਾਂ ਤੇ ਚੋਣ ਲੜੀ। RJD ਨੇ 56 ਤੇ ਕਾਂਗਰਸ ਨੇ 24 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ। ਲੋਕ ਜਨਸ਼ਕਤੀ ਪਾਰਟੀ ਦੇ 52, RLSP ਦੇ 36, ਬਸਪਾ 33 ਤੇ NCP ਦੇ 29 ਉਮੀਦਵਾਰਾਂ ਨੇ ਇਸ ਗੇੜ ਤਹਿਤ ਆਪਣੀ ਕਿਸਮਤ ਅਜ਼ਮਾਈ। ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ 3 ਗੇੜਾਂ ਦੇ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਸੀ। ਪਹਿਲੇ ਗੇੜ ਦਾ ਮਤਦਾਨ 28 ਅਕਤੂਬਰ ਨੂੰ ਅਤੇ ਦੂਜੇ ਗੇੜ ਦਾ ਬੀਤੇ ਦਿਨ ਕਰਵਾਇਆ ਗਿਆ, ਜਦਕਿ ਤੀਜੇ ਤੇ ਆਖਰੀ ਗੇੜ ਦਾ ਮਤਦਾਨ 7 ਨਵੰਬਰ ਨੂੰ ਹੋਣਾ ਹੈ। ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਕੀਤੀ ਜਾਵੇਗੀ ਤੇ ਉਸ ਦਿਨ ਦੀ ਨਤੀਜੇ ਆਉਣ ਦੀ ਸੰਭਾਵਨਾ ਹੈ। बिहार विधानसभा ਦੀਆਂ ਆਮ ਚੋਣਾਂ ਤੋਂ ਇਲਾਵਾ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ, ਕਰਨਾਟਕ, ਉੜੀਸਾ, ਹਰਿਆਣਾ, ਛੱਤੀਸਗੜ੍ਹ, ਤੇਲੰਗਾਨਾ ਤੇ ਨਾਗਾਲੈਂਡ ਦੇ ਵਿੱਚ ਵੀ 54 ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਦੇ ਲਈ ਮਤਦਾਨ ਅਮਨ ਅਮਾਨ ਤੇ ਸ਼ਾਂਤੀਪੂਰਵਕ ਮੁਕੰਮਲ ਹੋਇਆ। ਗੁਜਰਾਤ ਦੇ ਵਿੱਚ 8 ਵਿਧਾਨ ਸਭਾ ਦੇ ਲਈ ਹੋਈਆਂ ਉਪ ਚੋਣਾਂ ਦੌਰਾਨ 56.85% ਪੋਲਿੰਗ ਦਰਜ ਕੀਤੀ ਗਈ। ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ ਦੇ ਲਈ 69.74% ਪੋਲਿੰਗ ਦਰਜ ਹੋਣ ਦੀ ਖਬਰ ਹੈ। ਉੱਤਰ ਪ੍ਰਦੇਸ਼ ਦੀਆਂ 7 ਵਿਧਾਨ ਸਭਾ ਸੀਟਾਂ ਤੇ ਵੀ ਮਤਦਾਨ ਅਮਨ ਅਮਾਨ ਦੇ ਨਾਲ ਪੂਰਾ ਹੋ ਗਿਆ ਹੈ ਤੇ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖਬਰ ਨਹੀਂ ਹੈ। ਝਾਰਖੰਡ ਦੇ ਵਿੱਚ ਹੋਈਆਂ ਉਪ ਚੋਣਾਂ ਦੌਰਾਨ ਕੱਲ 3 ਵਜੇ ਤੱਕ 56.30% ਪੋਲਿੰਗ ਦਰਜ ਕੀਤੀ ਗਈ ਸੀ ਤੇ ਮਤਦਾਨ ਅਮਨ ਅਮਾਨ ਦੇ ਨਾਲ ਮੁਕੰਮਲ ਹੋ ਗਿਆ। ਕਰਨਾਟਕਾ ਦੇ ਵਿੱਚ ਸੀਰਾ ਤੇ RR ਨਗਰ ਵਿਧਾਨ ਸਭਾ ਸੀਟਾਂ ਲਈ ਵੀ ਮਤਦਾਨ ਸ਼ਾਂਤੀਪੂਰਵਕ ਰਿਹਾ। ਉੜੀਸਾ ਵਿੱਚ ਬਲੇਸ਼ਵਰ ਸਦਰ ਦੇ ਤਿਰਤੋਲ ਵਿਧਾਨ ਸਭਾ ਹਲਕਿਆਂ ਦੇ ਵਿੱਚ 70% ਪੋਲਿੰਗ ਦਰਜ ਕੀਤੀ ਗਈ ਅਤੇ ਮਤਦਾਨ ਸ਼ਾਂਤੀਪੂਰਵਕ ਹੋਇਆ। ਹਰਿਆਣਾ ਦੇ ਵਿੱਚ ਸੋਨੀਪਤ ਜ਼ਿਲ੍ਹੇ ਦੇ ਵਿੱਚ ਪੈਂਦੇ ਬੜੌਦਾ ਵਿਧਾਨ ਸਭਾ ਹਲਕੇ ਦੇ ਲਈ मतदान अमन अमान ਦੇ ਨਾਲ ਪੂਰਾ ਹੋ ਗਿਆ ਤੇ ਸ਼ੁਰੂਆਤੀ ਆંકੜਿਆਂ ਦੇ ਵਿੱਚ 68% ਪੋਲਿੰਗ
ਦਰਜ ਹੋਣ ਦੀ ਖਬਰ ਹੈ। ਛੱਤੀਸਗੜ੍ਹ ਦੇ ਮਰਵਾਹੀ ਵਿਧਾਨ ਸਭਾ ਹਲਕੇ ਦੇ ਵਿੱਚ 70% ਮਤਦਾਨ ਹੋਇਆ। ਤੇਲੰਗਾਨਾ ਦੇ ਦਬਾਕਾ ਉਪਚੋਣ ਦੇ ਵਿੱਚ 81% ਪੋਲਿੰਗ ਦਰਜ ਕੀਤੀ ਗਈ। ਨਾਗਾਲੈਂਡ ਦੀਆਂ 2 ਵਿਧਾਨ ਸਭਾ ਸੀਟਾਂ ਦੇ ਲਈ ਹੋਈਆਂ ਉਪਚੋਣਾਂ ਦੇ ਲਈ ਮਤਦਾਨ ਅਮਨ ਅਮਾਨ ਦੇ ਨਾਲ ਪੂਰਾ ਹੋ ਗਿਆ ਹੈ। ਵਿਧਾਨ ਸਭਾ ਹਲਕੇ ਪੁੰਗਰੋ ਕਫੀਰੇ ਦੇ ਵਿੱਚ 99.8% ਤੇ 14 ਦੱਖਣ ਅਗਾਮੀ ਹਲਕੇ ਦੇ ਵਿੱਚ 70.4% ਮਤਦਾਨ ਹੋਣ ਦੀ ਖਬਰ ਹੈ। ਵੋਟਾਂ ਪਾਉਣ ਦੇ ਅਮਲ ਦੌਰਾਨ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ। ਜਲ ਸ਼ਕਤੀ ਮੰਤਰਾਲੇ ਨੇ ਕੱਲ ਜਲ ਜੀਵਨ ਮਿਸ਼ਨ ਤਹਿਤ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਲਈ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਦਿਹਾਤੀ ਜਲ ਸਪਲਾਈ ਬਾਰੇ ਮੰਤਰੀਆਂ ਦੇ ਨਾਲ ਇੱਕ ਵਰਚੁਅਲ ਕਾਨਫਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਜਲ ਸ਼ਕਤੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ। ਹਰਿਆਣਾ ਤੇ ਤ੍ਰਿਪੁਰਾ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਇਸ ਬੈਠਕ ਦੇ ਵਿੱਚ ਸ਼ਿਰਕਤ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ੇਖਾਵਤ ਨੇ ਕੋਵਿਡ ਮਹਾਮਾਰੀ ਦੌਰਾਨ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਪਾਈਪ ਰਾਹੀਂ ਜਲ ਦੀ ਸਪਲਾਈ ਦੇ ਲਈ ਕਨੈਕਸ਼ਨ ਦੇਣ ਦੀ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਾਰੇ ਸੂਬੇ ਹਰ ਘਰ ਜਲ ਪਹੁੰਚਾਉਣ ਦੇ ਲਈ ਪੂਰੀ ਵਾਹ ਲਾਉਣਗੇ। ਇਸ ਮਿਸ਼ਨ ਦਾ ਉਦੇਸ਼ ਲੰਬੇ ਸਮੇਂ ਦੇ ਲਈ ਨਿਯਮਿਤ ਰੂਪ ਦੇ ਵਿੱਚ ਹਰੇਕ ਦਿਹਾਤੀ ਘਰ ਦੇ ਵਿੱਚ ਪ੍ਰਤੀ ਵਿਅਕਤੀ 55 ਲੀਟਰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣਾ ਹੈ। ਇਸ ਮਿਸ਼ਨ ਤੇ ਕੁੱਲ 3,60,000 ਕਰੋੜ ਰੁਪਏ ਖਰਚੇ ਜਾਣਗੇ, ਜਿਨ੍ਹਾਂ ਦੇ ਵਿੱਚੋਂ 2,08,000 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਅਗਸਤ ਦੇ ਵਿੱਚ ਸ਼ੁਰੂ ਕੀਤੇ ਗਏ ਜਲ ਜੀਵਨ ਮਿਸ਼ਨ ਦੇ ਤਹਿਤ ਹੁਣ ਤੱਕ ਦਿਹਾਤੀ ਖੇਤਰਾਂ ਦੇ ਲਈ ਕਰੀਬ 2 ਕਰੋੜ 55 ਲੱਖ ਘਰਾਂ ਤੱਕ ਪਾਣੀ ਦਾ ਕਨੈਕਸ਼ਨ ਮੁਹੱਈਆ ਕੀਤਾ ਗਿਆ ਹੈ। ਮਾਲਾਬਾਰ ਸਮੁੰਦਰੀ ਮਸ਼ਕ ਦਾ 24ਵਾਂ ਐਡੀਸ਼ਨ ਕੱਲ ਬੰਗਾਲ ਦੇ ਤੱਟ ਤੇ ਵਿਸ਼ਾਖਾਪਟਨਮ ਦੇ ਵਿੱਚ ਸ਼ੁਰੂ ਹੋ ਗਿਆ ਹੈ। ਭਾਰਤੀ ਨੇਵੀ, ਅਮਰੀਕਨ ਨੇਵੀ, ਜਾਪਾਨ ਮੈਰੀਟਾਈਮ ਸੈਲਫ ਡਿਫੈਂਸ ਫੋਰਸ ਅਤੇ ਰਾਇਲ ਆਸਟ੍ਰੇਲੀਅਨ ਨੇਵੀ ਇਸ ਸਮੁੰਦਰੀ ਮਸ਼ਕ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਇਹ ਮਸ਼ਕ 6 ਨਵੰਬਰ ਤੱਕ ਜਾਰੀ ਰਹੇਗੀ। ਸਮੁੰਦਰੀ ਮਸ਼ਕ 20 ਮਾਲਾਬਾਰ ਕੜੀ 1992 ਦੇ ਵਿੱਚ ਦੋਵਾਂ ਮੁਲਕਾਂ ਭਾਰਤੀ ਨੇਵੀ ਤੇ ਅਮਰੀਕਨ ਨੇਵੀ ਵੱਲੋਂ ਸ਼ੁਰੂ ਕੀਤੀ ਗਈ ਸੀ। ਜਾਪਾਨ ਮੈਰੀਟਾਈਮ ਸੈਲਫ ਡਿਫੈਂਸ ਫੋਰਸ ਮਾਲਾਬਾਰ ਮਸ਼ਕ 2015 ਨੂੰ ਸ਼ਾਮਲ ਹੋਏ ਸੀ ਅਤੇ ਰਾਇਲ ਆਸਟ੍ਰੇਲੀਅਨ ਨੇਵੀ ਮਾਲਾਬਾਰ ਸਾਂਝੀ ਸਮੁੰਦਰੀ ਮਸ਼ਕ ਦੇ ਵਿੱਚ 2020 ਦੇ ਵਿੱਚ ਸ਼ਾਮਲ ਹੋਈ ਹੈ। ਇਹ ਮਸ਼ਕ ਕੋਵਿਡ ਮਹਾਮਾਰੀ ਦੇ ਬੰਦੇ ਨਜ਼ਰ ਬਿਨਾਂ ਸੰਪਰਕ ਕੇਵਲ ਸਮੁੰਦਰ ਦੇ ਵਿੱਚ ਮਸ਼ਕ ਦੇ ਰੂਪ ਦੇ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮਸ਼ਕ ਦੇ ਵਿੱਚ ਮਿੱਤਰ ਜਲ ਸੈਨਾ ਵਿਚਲੇ ਉੱਚ ਪੱਧਰ ਦੀ ਇਕਜੁੱਟਤਾ ਅਤੇ ਤਾਲਮੇਲ ਵਿਖਾਇਆ ਜਾਵੇਗਾ, ਜੋ ਉਨ੍ਹਾਂ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਅਤੇ ਵਚਨਬੱਧਤਾ ਤੇ ਆਧਾਰਿਤ ਹੈ। ਮਾਲਾਬਾਰ ਸਮੁੰਦਰੀ ਮਸ਼ਕ ਦਾ 24ਵਾਂ ਐਡੀਸ਼ਨ ਨਵੰਬਰ 2020 ਇਸੇ ਮਹੀਨੇ 2 ਪੜਾਵਾਂ ਦੇ ਵਿੱਚ ਕਰਨ ਦੇ ਲਈ ਸੂਚੀਬੱਧ ਕੀਤਾ ਗਿਆ ਹੈ। ਮਾਲਾਬਾਰ 20 ਮਸ਼ਕ ਦਾ ਦੂਜਾ ਪੜਾਅ ਅਰਬ ਸਾਗਰ ਦੇ ਵਿੱਚ ਨਵੰਬਰ ਦੇ ਦੂਜੇ ਪੰਦਰਵਾੜੇ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਾਰਨ ਰਾਸ਼ਟਰਪਤੀ ਦਾ ਧਿਆਨ ਬਿਜਲੀ ਸੰਕਟ ਤੇ ਜ਼ਰੂਰੀ ਵਸਤਾਂ ਦੀ ਗੰਭੀਰ ਸਥਿਤੀ ਵੱਲ ਦਿਵਾਉਣ ਦੇ ਲਈ 4 ਨਵੰਬਰ ਦੇ ਲਈ ਸਮਾਂ ਮੰਗਿਆ ਸੀ। ਪਰ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈਸ ਨੋਟ ਦੇ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸਮਾਂ ਨਾ ਦਿੱਤੇ ਜਾਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਸਮੇਤ ਅੱਜ ਦਿੱਲੀ ਦੇ ਰਾਜਘਾਟ ਵਿਖੇ ਧਰਨੇ ਤੇ ਬੈਠਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿੱਚ ਮਾਲ ਗੱਡੀਆਂ ਮੁਲਤਵੀ ਕੀਤੇ ਜਾਣ ਕਾਰਨ ਪੈਦਾ ਹੋਇਆ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਸਾਰੇ ਪਾਵਰ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਗਏ ਨੇ। ਇਸ ਦੇ ਨਾਲ ਹੀ ਖੇਤੀਬਾੜੀ ਤੇ ਸਬਜ਼ੀਆਂ ਦੀ ਸਪਲਾਈ ਦੇ ਵਿੱਚ ਵੀ ਕਾਫੀ ਹੱਦ ਤੱਕ ਵਿਘਨ ਪਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਹੈ ਕਿ ਉਹਨਾਂ ਨੇ ਰਾਜਘਾਟ ਵਿਖੇ ਸੰਕੇਤਕ ਧਰਨਾ ਦੇਣ ਦਾ ਫੈਸਲਾ ਇਸ ਕਰਕੇ ਕੀਤਾ ਹੈ ਤਾਂ ਜੋ ਕੇਂਦਰ ਸਰਕਾਰ ਦਾ ਧਿਆਨ ਸੂਬੇ ਦੀ ਨਾਜ਼ੁਕ ਸਥਿਤੀ ਦੇ ਵੱਲ ਦਿਵਾਇਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਦਿੱਲੀ ਦੇ ਵਿੱਚ ਧਾਰਾ 144 ਲੱਗੇ ਹੋਣ ਦੇ ਮੱਦੇਨਜ਼ਰ ਵਿਧਾਇਕ ਪੰਜਾਬ ਭਵਨ ਤੋਂ 4 ਦੇ ਜਥਿਆਂ ਦੇ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ਵੱਲ ਜਾਣਗੇ ਅਤੇ ਉਹ ਖੁਦ ਪਹਿਲੇ ਜਥੇ ਦੀ ਸਵੇਰ 10:30 ਵਜੇ ਅਗਵਾਈ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਨੂੰ ਸੂਬੇ ਦੇ ਹਿੱਤਾਂ ਨੂੰ ਵੇਖਦੇ ਹੋਏ ਇਨ੍ਹਾਂ ਧਰਨਿਆਂ ਦੇ ਵਿੱਚ ਹਿੱਸਾ ਲੈਣ ਦੀ ਮੁੜ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਆਰਜ਼ੀ ਨਿੱਜੀ ਪਾਵਰ ਪਲਾਂਟ ਬੰਦ ਹੋਣ ਕਾਰਨ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ ਹੈ ਕਿ ਜੀਵੀਕੇ ਨੇ ਸੰਚਾਲਨ ਬੰਦ ਕਰਨ ਦਾ ਐਲਾਨ ਕੀਤਾ ਸੀ ਕਿਉਂਕਿ ਇਸ ਪਲਾਂਟ ਦੇ ਕੋਲ ਕੋਲਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ। ਸੂਬੇ ਦੇ ਵਿੱਚ ਸਰਕਾਰੀ ਅਤੇ ਹੋਰ ਨਿੱਜੀ ਪਾਵਰ ਪਲਾਂਟ ਪਹਿਲਾਂ ਹੀ ਬੰਦ ਹੋ ਚੁੱਕੇ ਨੇ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੀ ਸਥਿਤੀ ਬੇहद ਗੰਭੀਰ ਹੈ ਕਿਉਂਕਿ ਕਿਸਾਨਾਂ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਨਾ ਰੋਕਣ ਦੇ ਫੈਸਲੇ ਦੇ ਬਾਵਜੂਦ ਰੇਲਵੇ ਵੱਲੋਂ ਇਨ੍ਹਾਂ ਮਾਲ ਗੱਡੀਆਂ ਨੂੰ ਚਾਲੂ ਨਾ ਕੀਤੇ ਜਾਣ ਕਾਰਨ ਸੂਬੇ ਦੇ ਕੋਲ ਕੋਇਲਾ, ਯੂਰੀਆ, DAP ਅਤੇ ਹੋਰ ਜ਼ਰੂਰੀ ਵਸਤਾਂ ਖਤਮ ਹੋ ਚੁੱਕੀਆਂ ਨੇ।
ਭਾਰਤ ਦੇ ਵਿੱਚ ਕੋਰੋਨਾ ਤੋਂ ਠੀਕ ਹੋਣ ਦੀ ਦਰ 92% ਦੇ ਨੇੜੇ ਪਹੁੰਚ ਗਈ ਹੈ। ਬੀਤੇ 24 ਘੰਟਿਆਂ ਦੌਰਾਨ 58,000 ਤੋਂ ਵੱਧ ਕੋਰੋਨਾ ਮਰੀਜ਼ ਸਿਹਤਯਾਬ ਹੋਏ, ਜਿਸ ਮਗਰੋਂ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 76 ਲੱਖ ਤੋਂ ਪਾਰ ਹੋ ਗਈ ਹੈ। ਇਸ ਸਮੇਂ ਕੋਰੋਨਾ ਦੇ ਐਕਟਿਵ ਮਾਮਲੇ ਕੁੱਲ ਕੋਰੋਨਾ ਮਾਮਲਿਆਂ ਦੇ 6.55% ਨੇ। ਬੀਤੇ ਦਿਨ ਦੇਸ਼ ਦੇ ਵਿੱਚ 38,310 ਨਵੇਂ ਕੋਰੋਨਾ ਮਾਮਲੇ ਦਰਜ ਹੋਏ, ਜਿਸ ਤੋਂ ਬਾਅਦ ਕੋਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਸੰਖਿਆ 82 ਲੱਖ ਤੋਂ ਪਾਰ ਹੋ ਗਈ ਹੈ। ਭਾਰਤ ਦੇ ਵਿੱਚ ਕੋਰੋਨਾ ਦੀ ਮੌਤ ਦਰ 1.49% ਤੇ ਆ ਗਈ ਹੈ, ਜੋ ਵਿਸ਼ਵ ਦੇ ਵਿੱਚ ਸਭ ਤੋਂ ਘੱਟ ਹੈ। ਬੀਤੇ 24 ਘੰਟਿਆਂ ਦੌਰਾਨ ਭਾਰਤ ਦੇ ਵਿੱਚ 490 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਅਤੇ ਹੁਣ ਤੱਕ ਇਸ ਮਹਾਮਾਰੀ ਕਾਰਨ ਕੋਈ 1,24,000 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਵੈ ਸਹਾਇਤਾ ਸਮੂਹਾਂ ਦੀ ਔਰਤਾਂ ਵੱਲੋਂ ਹੱਥੀਂ ਤਿਆਰ ਕੀਤੇ ਗਏ ਉਤਪਾਦਾਂ ਦੀ 3 ਰੋਜ਼ਾ ਪ੍ਰਦਰਸ਼ਨੀ ਨਵੀਂ ਉਡਾਨ ਅਜੀਵਿਕਾ ਹਾਟ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਤਿਉਹਾਰ ਸੀਜ਼ਨ ਦੌਰਾਨ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਜ਼ਿਲ੍ਹੇ ਦੇ ਵਿੱਚ ਸਵੈ ਸਹਾਇਤਾ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕੀਤੇ ਗਏ ਉਪਰਾਲੇ ਵਜੋਂ ਨਵਾਂ ਸ਼ਹਿਰ ਵਿਖੇ 1 ਤੋਂ 3 ਨਵੰਬਰ ਤੱਕ ਪਿੰਡਾਂ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਕਾਰੀਗਰ ਔਰਤਾਂ ਵੱਲੋਂ ਤਿਆਰ ਕੀਤੇ ਗਏ ਦਿਲਕਸ਼ ਦਸਤਕਾਰੀ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਦਾ ਪ੍ਰਬੰਧ ਕੀਤਾ ਗਿਆ ਸੀ। ਖਰੀਦਦਾਰੀ ਦੇ ਲਈ ਉਪਲਬਧ ਦਸਤਕਾਰੀ ਵਸਤਾਂ ਦੇ ਵਿੱਚ ਹੈਂਡਬੈਗ, ਬਾਂਸ ਦੀਆਂ ਟੋਕਰੀਆਂ, ਖਿਡੌਣੇ, ਚਾਬੀਆਂ ਦੇ ਲਈ ਹੋਲਡਰ, ਮਿਰਰ ਹੋਲਡਰ, ਪੱਖੀਆਂ, ਝੂਲੇ, ਫੁਲਕਾਰੀਆਂ, ਟੇਬਲ ਦੇ ਕਢਾਈਦਾਰ ਕੱਪੜੇ, ਹੱਥੀਂ ਬੁਣੀਆਂ ਉੱਨ ਦੀਆਂ ਪੋਸ਼ਾਕਾਂ, ਰੰਗੀਨ ਮੈਟ, ਸਜਾਵਟੀ ਆਈਟਮਾਂ, हैंडमेड बैंगल्स तो इलावा और बहुत सारिया दस्तकारी वस्तुआं शामिल सन, जिन्हां दी खरीदारी दे लई औरतां वल्लों भारी उत्साह विखाया गया। ते इस तो इलावा मेहंदी लगाउण दा भी खास प्रबंध किया गया, जिस दे विच मुटियारां ने विशेष रुचि विखाई। स्वै सहायता समूहां वल्लों तैयार किए गए डिश वॉश, हैंड वॉश अते फिनाइल आदि नूं भी चंगा हुंगारा मिलिया। कहते हैं कि देश के जवान जिथे किते भी जाते हैं उत्थे अपने रहने का प्रबंध करदियां उस जगह नूं आबाद कर लैंदे ने। अजिहा एक मिसाल फाजिलका दी भारत पाक सरहद ते स्थित बचित्र पोस्ट ते वेखण नूं मिली। BSF दी 52 बटालियन के जवानों ने देश की रखिया दे नाल-नाल सरहद नेड़े एक दफ्तर बनाउण दे विच भी कलाकारी विखाई। उपरों एक झोंपड़ी वांग नज़र आउंदी ये इमारत अंदरों आलीशान है। BSF दे दफ्तर नूं जवानों ने खुद तैयार किया है। छोटी उचाई की कंध बनाई गई, जिस दे उपर हरे रंग की चादर लपेट टीन शैड के जरिए छत नूं कवर किया गया है। जवानों ने कलाकारी विखाउंदियां इस उत्ते सुंदर चित्रकारी भी की है। दफ्तर अंदर रैड कारपेट विछाया गया है। दाखिल हुंदियां ही इस इमारत दे विच सोफे लगे नज़र आउंदे ने। BSF दे जो भी अधिकारी सरहद ते मीटिंग आदि लई आउंदे ने ओह आराम दे नाल इस दफ्तर दे विच बैठ के विचार वटांदरा कर सकदे ने। BSF दे सीनियर अधिकारियों ने जवानों के इस काम की भरपूर शलाघा की है। इस दफ्तर नूं बनाउण दे लई समान फाजिलका दे सिविल प्रशासन वल्लों मुहैया करवाया गया, पर उस समान नूं इस्तेमाल करना अते खूबसूरत इमारत की शक्ल देण दा काम BSF दे जवानों ने कीता है। BSF 52 बटालियन के कमांडेंट खनिंदर चौधरी ने इस कलाकारी दे लई जवानों नूं वधाई दित्ती। ऐसा है, हमारा जवान तो जनरली इसमें बहुत सी जवान होते हैं जिसके पास डिफरेंट स्किल्स होते हैं। वो खुद अपने लेवल पे भी बहुत कुछ कर लेते हैं और इम्प्रोवाइजेशन हमारा तो फोर्स का एक हमेशा ये रहा है। इट इज़ ए USP ऑफ आवर फोर्स बेसिकली। हम जहाँ भी कोई भी खड़ा होते हैं हम अपने हिसाब से इम्प्रोवाइज करके जीने लायक बना ही लेते हैं, उसे रहने लायक बना लेते हैं। तो इसमें BSF बुलेटिन के अखीर विच हुंदियां खबरां एक बार फिर तो। बिहार विधान सभा दे लई दूजे गेड़ दीआं चोणां दे लई मतदान 54% दर्ज किया गया। देश के 10 सूबियां दीआं 54 विधान सभा सीटां दे लई उपचोणां लई भी मतदान मुकम्मल। जल शक्ति मंत्रालय ने जल जीवन मिशन तहत हुई प्रगति बारे सूबियां ते केंद्र शासित प्रदेशों के दिहाती जल सप्लाई मंत्रियों के नाल कीता विचार वटांदरा। मालबार समुद्री मशक का 24वां एडिशन बंगाल के तट ते विशाखापट्टनम दे विच जारी। भारतीय नेवी, अमरीकन नेवी तो इलावा जापान ते आस्ट्रेलिया दीआं जल सेनावां दी समुद्री मशक दे विच शामिल। मुख्यमंत्री कैप्टन अमरिंदर सिंह अनुसार सूबे दे विच माल गड्डियां मुलतवी कीते जाण कारण पैदा हुए संकट के मद्देनज़र राष्ट्रपति वालों मुलाकात लई मंजूरी ना मिलन अते केंद्र सरकार दा ध्यान खिच्चण दे लई अज नवी दिल्ली दे राजघाट विखे धरने दिते जाणगे। भारत विच कोरोना तो ठीक होने वाले लोगों की कुल गिनती 76 लाख तो पार। कोरोना तो ठीक होने की दर 92% दे नेड़े पहुंची।
BSF ਦੀ 52 ਬਟਾਲੀਅਨ ਦੇ ਜਵਾਨਾਂ ਨੇ ਫਾਜ਼ਿਲਕਾ ਦੀ ਭਾਰਤ-ਪਾਕ ਸਰਹੱਦ ਤੇ ਬਚਿੱਤਰ ਪੋਸਟ ਤੇ ਵਿਲੱਖਣ ਕਲਾਕਾਰੀ ਵਾਲੇ ਦਫ਼ਤਰ ਦੀ ਉਸਾਰੀ ਕਰਕੇ ਨਵੀਂ ਮਿਸਾਲ ਪੇਸ਼ ਕੀਤੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।